उत्पत्ति अध्याय 1। आदि विच परमेश्वर ने आकाश ते धरती ਨੂੰ ਉਤਪਤ ਕੀਤਾ। ਧਰਤੀ ਬੇਡੋਲ ਤੇ ਸੁਨਵੀ ਸੀ ਅਤੇ ਡੂੰਘਿਆਈ ਉੱਤੇ ਹਨੇਰਾ ਸੀ ਅਤੇ ਪਰਮੇਸ਼ਰ ਦਾ ਆਤਮਾ ਪਾਣੀਆਂ ਦੇ ਉੱਤੇ ਸੇਵਦਾ ਸੀ। ਪਰਮੇਸ਼ਰ ਨੇ ਆਖਿਆ ਕਿ ਚਾਨਣ ਹੋਵੇ, ਤਾਂ ਚਾਨਣ ਹੋ ਗਿਆ। ਤਾਂ ਪਰਮੇਸ਼ਰ ਨੇ ਚਾਨਣ ਨੂੰ ਡਿੱਠਾ ਭਈ ਚੰਗਾ ਹੈ ਅਤੇ ਪਰਮੇਸ਼ਰ ਨੇ ਚਾਨਣ ਨੂੰ ਹਨੇਰੀ ਤੋਂ ਵੱਖਰਾ ਕੀਤਾ। ਪਰਮੇਸ਼ਰ ਨੇ ਚਾਨਣ ਨੂੰ ਦਿਨ ਆਖਿਆ, ਹਨੇਰੇ ਨੂੰ ਰਾਤ ਆਖਿਆ। ਸੋ ਸੰਝ ਤੇ ਸਵੇਰ ਪਹਿਲਾ ਦਿਨ ਹੋ ਗਿਆ। ਫਿਰ ਪਰਮੇਸ਼ਰ ਨੇ ਆਖਿਆ ਕਿ ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰੀਆਂ ਕਰੇ। ਸੋ ਪਰਮੇਸ਼ਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਉਵੇਂ ਹੀ ਹੋ ਗਿਆ। ਤਾਂ ਪਰਮੇਸ਼ਰ ਨੇ ਅੰਬਰ ਨੂੰ ਆਕਾਸ਼ ਆਖਿਆ। ਸੋ ਸੰਝ ਤੇ ਸਵੇਰ ਦੂਜਾ ਦਿਨ ਹੋਇਆ। ਫਿਰ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂ ਜੋ ਖੁਸ਼ਕੀ ਦਿਸ ਪਵੇ ਅਤੇ ਉਵੇਂ ਹੀ ਹੋ ਗਿਆ। ਪਰਮੇਸ਼ਰ ਨੇ ਖੁਸ਼ਕੀ ਨੂੰ ਧਰਤੀ ਆਖਿਆ ਅਤੇ ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ਰ ਨੇ ਡਿੱਠਾ ਭਈ ਚੰਗਾ ਹੈ। ਫਿਰ ਪਰਮੇਸ਼ਰ ਨੇ ਆਖਿਆ ਕਿ ਧਰਤੀ ਘਾਹ ਨਾਲੇ ਬੀ ਵਾਲਾ ਸਾਗ ਪੱਤ ਅਤੇ ਫਲਦਾਰ ਬਿਰਛ ਉਗਾਵੇ, ਜਿਹੜੇ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਵਾਲਾ ਫਲ ਧਰਤੀ ਉੱਤੇ ਦੇਣ ਅਤੇ ਉਵੇਂ ਹੀ ਹੋ ਗਿਆ। ਸੋ ਧਰਤੀ ਨੇ ਘਾਹ ਤੇ ਬੀ ਵਾਲਾ ਸਾਗ ਪੱਤ ਉਹਦੀ ਜਿਨਸ ਦੇ ਅਨੁਸਾਰ ਤੇ ਫਲਦਾਰ ਬਿਰਛ ਜਿਨ੍ਹਾਂ ਦੇ ਵਿੱਚ ਆਪੋ ਆਪਣੀ ਜਿਨਸ ਦੇ ਅਨੁਸਾਰ ਵੀ ਹੈ ਉਗਾਇਆ ਅਤੇ ਪਰਮੇਸ਼ਰ ਨੇ ਡਿੱਠਾ ਭਈ ਚੰਗਾ ਹੈ। ਸੋ ਸੰਝ ਤੇ ਸਵੇਰ ਤੀਜਾ ਦਿਨ ਹੋਇਆ। ਤਾਂ ਪਰਮੇਸ਼ਰ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂ ਜੋ ਉਹ ਦਿਨ ਨੂੰ ਰਾਤ ਤੋਂ ਅੱਡ ਕਰਨ, ਨਾਲੇ ਉਹ ਨਿਸ਼ਾਨਾਂ ਤੇ ਰੁੱਤਾਂ ਤੇ ਦਿਨਾਂ ਤੇ ਵਰ੍ਹਿਆਂ ਲਈ ਹੋਣ। ਉਹ ਆਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਭਈ ਉਹ ਧਰਤੀ ਉੱਤੇ ਚਾਨਣ ਕਰਨ ਅਤੇ ਉਵੇਂ ਹੀ ਹੋ ਗਿਆ। ਸੋ ਪਰਮੇਸ਼ਰ ਨੇ ਦੋ ਵੱਡੀਆਂ ਜੋਤਾਂ ਬਣਾਈਆਂ, ਵੱਡੀ ਜੋਤ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਨਿੱਕੀ ਜੋਤ ਜਿਹੜੀ ਰਾਤ ਉੱਤੇ ਰਾਜ ਕਰੇ। ਨਾਲੇ ਉਸ ਨੇ ਤਾਰੇ ਵੀ ਬਣਾਏ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਕਾਸ਼ ਦੇ ਅੰਬਰ ਵਿੱਚ ਰੱਖਿਆ ਭਈ ਧਰਤੀ ਉੱਤੇ ਚਾਨਣ ਕਰਨ ਅਤੇ ਦਿਨ ਔਰ ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਹਨੇਰੇ ਤੋਂ ਅੱਡ ਕਰਨ। ਤਾਂ ਪਰਮੇਸ਼ਰ ਨੇ ਡਿੱਠਾ ਭਈ ਚੰਗਾ ਹੈ। ਸੋ ਸੰਝ ਤੇ ਸਵੇਰ ਚੌਥਾ ਦਿਨ ਹੋਇਆ। ਫਿਰ ਪਰਮੇਸ਼ਰ ਨੇ ਆਖਿਆ ਕਿ ਪਾਣੀ ਢੇਰ ਸਾਰੇ ਜੀਵੰਦੇ ਪ੍ਰਾਣੀ ਨਾਲ ਭਰ ਜਾਣ ਅਤੇ ਪੰਛੀ ਧਰਤੀ ਤੋਂ ਉਤਾਹਾਂ ਆਕਾਸ਼ ਦੇ ਅੰਬਰ ਵਿੱਚ ਉੱਡਣ। ਪਰਮੇਸ਼ਰ ਨੇ ਵੱਡੇ ਵੱਡੇ ਜਲ ਜੰਤੂਆਂ ਨੂੰ ਅਤੇ ਸਾਰੇ ਚੱਲਣ ਵਾਲੇ ਜੀਵੰਦੇ ਪ੍ਰਾਣੀਆਂ ਨੂੰ, ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਨਸ ਅਨੁਸਾਰ ਪਾਣੀ ਭਰ ਗਏ, ਉਤਪਤ ਕੀਤਾ। ਨਾਲੇ ਸਾਰੇ ਪੰਖ ਪੱਛੀਆਂ ਨੂੰ ਵੀ ਉਹਨਾਂ ਦੀ ਜਿਨਸ ਅਨੁਸਾਰ ਅਤੇ ਪਰਮੇਸ਼ਰ ਨੇ ਡਿੱਠਾ ਭਈ ਚੰਗਾ ਹੈ। ਤਾਂ ਪਰਮੇਸ਼ਰ ਨੇ ਇਹ ਆਖ ਕੇ ਉਹਨਾਂ ਨੂੰ ਆਸੀਸ ਦਿੱਤੀ ਭਈ ਫਲੋ ਤੇ ਵਧੋ ਤੇ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਿਓ ਅਤੇ ਪੰਛੀ ਧਰਤੀ ਉੱਤੇ ਵਧਣ। ਸੋ ਸੰਝ ਤੇ ਸਵੇਰ ਪੰਜਵਾਂ ਦਿਨ ਹੋਇਆ। ਫਿਰ ਪਰਮੇਸ਼ਰ ਨੇ ਆਖਿਆ ਕਿ ਧਰਤੀ ਉੱਤੇ ਜੀਵਦੇ ਪ੍ਰਾਣੀਆਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਤੇ ਡੰਗਰਾਂ ਨੂੰ ਔਰ ਕਿਸਰਨ ਵਾਲਿਆਂ ਨੂੰ ਔਰ ਧਰਤੀ ਦੇ ਜਾਨਵਰਾਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਉਪਜਾਵੇ ਅਤੇ ਉਵੇਂ ਹੀ ਹੋ ਗਿਆ। ਸੋ ਪਰਮੇਸ਼ਰ ਨੇ ਧਰਤੀ ਦੇ ਜਾਨਵਰਾਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਔਰ ਡੰਗਰਾਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਔਰ ਜ਼ਮੀਨ ਦੇ ਸਾਰੇ ਕਿਸਰਨ ਵਾਲਿਆਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ਰ ਨੇ ਡਿੱਠਾ ਭਈ ਚੰਗਾ ਹੈ। ਤਾਂ ਪਰਮੇਸ਼ਰ ਨੇ ਆਖਿਆ ਕਿ
ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ, ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਹੋਰ ਸਾਰੇ ਖਿਸਰਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਰ ਨੇ ਉਹਨਾਂ ਨੂੰ ਆਸੀਸ ਦਿੱਤੀ ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਔਰ ਵਧੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਔਰ ਆਕਾਸ਼ ਦੀਆਂ ਪੰਛੀਆਂ ਉੱਤੇ ਔਰ ਸਾਰੇ ਧਰਤੀ ਪੁਰ ਖਿਸਰਨ ਵਾਲੀਆਂ ਜੀਆਂ ਉੱਤੇ ਰਾਜ ਕਰੋ। ਅਤੇ ਪਰਮੇਸ਼ਰ ਨੇ ਆਖਿਆ, ਵੇਖੋ ਮੈਂ ਤੁਹਾਨੂੰ ਹਰ ਬੀ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਉੱਤੇ ਹੈ, ਹਰ ਬਿਰਛ ਜਿਹਦੇ ਵਿੱਚ ਉਸਦਾ ਬੀ ਵਾਲਾ ਫਲ ਹੈ, ਦੇ ਦਿੱਤਾ। ਇਹ ਤੁਹਾਡੇ ਲਈ ਭੋਜਨ ਹੈ ਅਤੇ ਮੈਂ ਧਰਤੀ ਦੇ ਹਰ ਜਾਨਵਰ ਨੂੰ ਔਰ ਆਕਾਸ਼ ਦੇ ਹਰ ਪੰਛੀ ਨੂੰ ਔਰ ਧਰਤੀ ਪੁਰ ਹਰ ਖਿਸਰਨ ਵਾਲੇ ਨੂੰ ਜਿਹਦੇ ਵਿੱਚ ਜੀਵਨ ਦਾ ਸਾਹ ਹੈ, ਖਾਣ ਲਈ ਔਰ ਹਰ ਪ੍ਰਕਾਰ ਦਾ ਸਾਗ ਪੱਤ ਦੇ ਦਿੱਤਾ ਅਤੇ ਉਵੇਂ ਹੀ ਹੋ ਗਿਆ। ਉਪਰੰਤ ਪਰਮੇਸ਼ਰ ਨੇ ਸਰਬਤ ਨੂੰ ਜਿਹਨੂੰ ਉਸਨੇ ਬਣਾਇਆ ਸੀ ਦਿੱਤਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ। ਸੋ ਸੰਜ ਤੇ ਸਵੇਰ 6ਵਾਂ ਦਿਨ ਹੋਇਆ। ਲੇਵੀਆਂ ਦੀ ਪੋਥੀ ਅਧਿਆਇ 1। ਯਹੋਵਾ ਨੇ ਮੂਸਾ ਨੂੰ ਸੱਦਿਆ ਅਤੇ ਉਸਨੂੰ ਮੰਡਲੀ ਦੇ ਡੇਰੇ ਵਿੱਚ ਬੋਲਿਆ, ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਜੇ ਤੁਹਾਡੇ ਵਿੱਚੋਂ ਕੋਈ ਆਦਮੀ ਯਹੋਵਾ ਦੇ ਅੱਗੇ ਪੈਂਟ ਲਿਆਵੇ ਤਾਂ ਤੁਸਾਂ ਡੰਗਰਾਂ ਵਿੱਚੋਂ ਅਰਥਾਤ ਵਗਾਂ ਅਤੇ ਇੱਜੜਾਂ ਵਿੱਚੋਂ ਆਪਣੀ ਭੇਂਟ ਲਿਆਉਣੀ। ਜੇ ਉਸਦੀ ਭੇਂਟ ਵਗ ਦੀ ਇੱਕ ਹੋਮ ਬਲੀ ਦੀ ਹੋਵੇ ਤਾਂ ਉਹ ਇੱਕ ਬੱਚ ਤੋਂ ਰਹਿਤ ਨਰ ਚੜਾਵੇ। ਉਹ ਯਹੋਵਾ ਦੇ ਅੱਗੇ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਉਹਨੂੰ ਚੜਾਵੇ ਭਈ ਉਹ ਯਹੋਵਾ ਦੇ ਅੱਗੇ ਕਬੂਲ ਹੋਵੇ ਅਤੇ ਉਹ ਆਪਣਾ ਹੱਥ ਉਸ ਹੋਮ ਬਲੀ ਦੇ ਸਿਰ ਉੱਤੇ ਰੱਖੇ ਅਤੇ ਉਹ ਉਸਦਾ ਪ੍ਰਾਸ਼ਚਿਤ ਕਰਨ ਲਈ ਉਸ ਦੇ ਕੋਲ ਮੰਨਿਆ ਜਾਏ ਅਤੇ ਉਹ ਯਹੋਵਾ ਦੇ ਅੱਗੇ ਉਸ ਬਲਦ ਨੂੰ ਕੱਟੇ ਅਤੇ ਜਾਜਕ ਹਾਰੂਨ ਦੇ ਪੁੱਤਰ ਉਸ ਦਾ ਲਹੂ ਲਿਆ ਕੇ ਉਸ ਜਗਵੇਦੀ ਦੇ ਉੱਤੇ ਜੋ ਮੰਡਲੀ ਦੇ ਡੇਰੇ ਦਰਵਾਜ਼ੇ ਕੋਲ ਹੈ ਚੁਫੇਰੇ ਚਿਣਕਣ ਅਤੇ ਉਹ ਉਸ ਹੋਮ ਬਲੀ ਦੀ ਕਲ ਉਪੇੜ ਲਵੇ ਔਰ ਉਸ ਨੂੰ ਟੋਟੇ ਟੋਟੇ ਕਰੇ ਅਤੇ ਹਾਰੂਨ ਜਾਜਕ ਦੇ ਪੁੱਤਰ ਜਗਵੇਦੀ ਦੇ ਉੱਤੇ ਅੱਗ ਧਰਨ ਅਤੇ ਅੱਗ ਦੇ ਉੱਤੇ ਲੱਕੜ ਚਿਣਨ ਅਤੇ ਜਾਜਕ ਹਾਰੂਨ ਦੇ ਪੁੱਤਰ ਲੱਕੜਾਂ ਦੇ ਉੱਤੇ ਜੋ ਉਸ ਜਗਵੇਦੀ ਦੀ ਅੱਗ ਉੱਤੇ ਹੈ ਉਹ ਟੋਟੇ ਸਿਰ ਅਤੇ ਚਰਬੀ ਨੂੰ ਸੁਧਾਰ ਕੇ ਰੱਖਣ, ਪਰ ਉਸ ਦੀਆਂ ਅੰਦਰਾਂ ਤੇ ਉਸ ਦੀਆਂ ਲੱਤਾਂ ਉਹ ਪਾਣੀ ਨਾਲ ਧੋ ਸੁੱਟਣ ਅਤੇ ਜਾਜਕ ਸਭਨਾਂ ਨੂੰ ਜਗਵੇਦੀ ਦੇ ਉੱਤੇ ਹੋਮ ਕਰਕੇ ਅਤੇ ਯਹੋਵਾ ਦੇ ਅੱਗੇ ਇੱਕ ਸੁੰਗਬਤਾ ਦੀ ਅੱਗ ਦੀ ਭੇਂਟ ਕਰਕੇ ਚੜਾਵੇ ਅਤੇ ਜੇ ਉਸ ਦੀ ਭੇਂਟ ਇੱਜੜਾਂ ਵਿੱਚ ਹੋਵੇ ਅਰਥਾਤ ਭੇਡਾਂ ਜਾਂ ਬੱਕਰੀਆਂ ਦੀ ਹੋਮ ਬਲੀ ਤਾਂ ਉਹ ਉਸ ਨੂੰ ਇੱਕ ਬੱਜ ਤੋਂ ਰਹਿਤ ਨਰ ਲਿਆਵੇ ਅਤੇ ਉਹ ਯਹੋਵਾ ਦੇ ਅੱਗੇ ਜਗਵੇਦੀ ਦੀ ਉਤਰਲੀ ਵੱਲ ਉਸ ਨੂੰ ਕੱਟੇ ਅਤੇ ਜਾਜਕ ਹਾਰੂਨ ਦੇ ਪੁੱਤਰ ਜਗਵੇਦੀ ਦੇ ਉੱਤੇ ਚੁਫੇਰੇ ਉਹਦਾ ਲਹੂ ਚਿਣਕਣ ਅਤੇ ਉਹ ਉਸ ਨੂੰ ਉਸਦੇ ਸਿਰ ਅਤੇ ਉਸ ਦੀ ਚਰਬੀ ਸਣੇ ਟੋਟੇ ਟੋਟੇ ਕਰੇ ਅਤੇ ਜਾਜਕ ਉਸ ਜਗਵੇਦੀ ਦੀ ਅੱਗ ਦੀ ਲੱਕੜ ਉੱਤੇ ਸੁਧਾਰ ਕੇ ਰੱਖਣ, ਪਰ ਉਸ ਦੀਆਂ ਅੰਦਰਾਂ ਅਤੇ ਲੱਤਾਂ ਪਾਣੀ ਨਾਲ ਧੋਵੇ ਅਤੇ ਜਾਜਕ ਸਾਰਾ ਲਿਆ ਕੇ ਜਗਵੇਦੀ ਦੇ ਉੱਤੇ ਸਾੜੇ। ਇਹ ਯਹੋਵਾ ਦੇ ਅੱਗੇ ਇੱਕ ਹੋਮ ਬਲੀ
ਅਰਥਾਤ ਸੁੰਗਪਤਾ ਦੀ ਅੱਗ ਦੀ ਪੈਂਟ। ਅਤੇ ਜੇ ਯਹੋਵਾ ਦੇ ਅੱਗੇ ਉਸ ਦੇ ਹੋਮ ਦੀ ਪੇਂਟ ਪੰਛੀਆਂ ਦੀ ਹੋਵੇ ਤਾਂ ਉਹ ਉੱਗੀਆਂ ਜਾਂ ਕਬੂਤਰਾਂ ਦੀਆਂ ਪੱਛੀਆਂ ਵਿੱਚੋਂ ਆਪਣੀ ਪੇਂਟ ਲਿਆਵੇ ਅਤੇ ਜਾਜਕ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਉਸ ਦਾ ਸਿਰ ਮਰੋੜ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ ਅਤੇ ਉਸ ਦਾ ਲਹੂ ਜਗਵੇਦੀ ਦੇ ਇੱਕ ਪਾਸੇ ਚੁਆਵੇ ਅਤੇ ਉਹ ਉਸ ਦੀਆਂ ਪਰਾਂ ਸਣੇ ਉਸ ਦੀ ਸੂੰਝ ਨੂੰ ਕੱਢ ਕੇ ਜਗਵੇਦੀ ਦੇ ਪੂਰਬ ਦੇ ਪਾਸੇ ਸੁਆਦੀ ਤਾਂ ਵਿੱਚ ਉਸ ਨੂੰ ਸੁੱਟੇ ਅਤੇ ਉਹ ਕੰਬਾਂ ਸਣੇ ਉਸ ਨੂੰ ਪਾੜੇ, ਪਰ ਉਸ ਨੂੰ ਵੱਖੋ ਵੱਖ ਨਾ ਕਰੇ ਅਤੇ ਜਾਜਕ ਅੱਗ ਦੀ ਲੱਕੜ ਦੇ ਜਗਵੇਦੀ ਦੇ ਉੱਤੇ ਉਸ ਨੂੰ ਸਾੜੇ। ਇਹ ਯਹੋਵਾ ਦੇ ਅੱਗੇ ਇੱਕ ਸੁੰਗਪਤਾ ਦੀ ਅੱਗ ਦੀ ਪੇਂਟ ਦਾ ਇੱਕ ਹੋਮ ਹੈ। ਲੇਵੀਆਂ ਦੀ ਪੋਥੀ ਅਧਿਆਇ 2। ਜਾਂ ਕੋਈ ਮੈਦੇ ਦੀ ਪੇਂਟ ਯਹੋਵਾ ਦੇ ਅੱਗੇ ਚੜਾਵੇ ਤਾਂ ਉਸ ਦੀ ਪੇਂਟ ਮਹੀਨ ਆਟੇ ਦੀ ਹੋਵੇ ਅਤੇ ਉਸ ਦੇ ਉੱਤੇ ਤੇਲ ਚੋਵੇ ਅਤੇ ਉਸ ਦੇ ਉੱਤੇ ਲੁਬਾਨ ਪਾਵੇ ਅਤੇ ਉਹ ਉਸ ਨੂੰ ਹਾਰੂਨ ਦੇ ਪੁੱਤਰ ਜਾਜਕਾਂ ਦੇ ਕੋਲ ਲਿਆਵੇ ਅਤੇ ਉਹ ਉਸ ਵਿੱਚੋਂ ਉਸ ਦੇ ਮੈਦੇ ਵਿੱਚੋਂ ਅਤੇ ਉਸ ਦੇ ਤੇਲ ਵਿੱਚੋਂ ਉਸ ਸਾਰੇ ਲੁਬਾਨ ਵਿੱਚੋਂ ਇੱਕ ਮੁੱਠ ਭਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਦੇ ਉੱਤੇ ਉਸ ਦੇ ਮਿਸਰਨ ਲਈ ਯਹੋਵਾ ਦੇ ਅੱਗੇ ਇੱਕ ਸੁੰਗਪਤਾ ਅੱਗ ਦੀ ਪੇਂਟ ਕਰਕੇ ਚੜਾਵੇ ਅਤੇ ਮੈਦੇ ਦੀ ਪੇਂਟ ਦਾ ਵਾਧੂ ਸੋ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ। ਇਹ ਯਹੋਵਾ ਦੇ ਅੱਗੇ ਅੱਗ ਦੀ ਪੇਂਟ ਵਿੱਚੋਂ ਅਤ ਪਵਿੱਤਰ ਹੈ। ਜੇ ਤੂੰ ਤੰਦੂਰ ਦਾ ਪਕਾਇਆ ਹੋਇਆ ਮੈਦੇ ਦੀ ਪੇਂਟ ਦਾ ਚੜਾਵਾ ਲਿਆਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਪਤੀਰੇ ਫੁਲਕੀਆਂ ਦਾ ਹੋਵੇ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਮੱਟੀਆਂ ਦਾ ਹੋਵੇ। ਅਤੇ ਜੇ ਤੇਰਾ ਚੜਾਵਾ ਤਵੇ ਉੱਤੇ ਪਕਾਈ ਹੋਈ ਮੈਦੇ ਦੀ ਪੇਂਟ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਪਤੀਰੀ ਮੈਦੇ ਦਾ ਹੋਵੇ। ਤੂੰ ਉਸ ਨੂੰ ਟੋਟੇ ਟੋਟੇ ਕਰੀ ਅਤੇ ਉਸ ਦੇ ਉੱਤੇ ਤੇਲ ਪਾਵੀ। ਇਹ ਇੱਕ ਮੈਦੇ ਦੀ ਪੇਂਟ ਹੈ। ਅਤੇ ਜੇ ਤੇਰਾ ਚੜਾਵਾ ਤਵੀ ਵਿੱਚ ਪਕਾਈ ਹੋਈ ਮੈਦੇ ਦੀ ਪੇਂਟ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਹੋਵੇ। ਅਤੇ ਤੂੰ ਇਨ੍ਹਾਂ ਵਸਤਾਂ ਦੀ ਬਣਾਈ ਹੋਈ ਮੈਦੇ ਦੀ ਪੇਂਟ ਯਹੋਵਾ ਦੇ ਅੱਗੇ ਲਿਆਵੀ ਅਤੇ ਜਾਂ ਉਹ ਜਾਜਕ ਦੇ ਅੱਗੇ ਤਰੀ ਜਾਵੇ ਤਾਂ ਉਹ ਉਸ ਨੂੰ ਜਗਵੇਦੀ ਕੋਲ ਲਿਆਵੇ ਅਤੇ ਜਾਜਕ ਉਸ ਦੇ ਸਿਮਰਨ ਲਈ ਉਸ ਮੈਦੇ ਦੀ ਪੇਂਟ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ। ਇਹ ਯਹੋਵਾ ਦੇ ਅੱਗੇ ਇੱਕ ਸੁੰਗਪਤਾ ਅੱਗ ਦੀ ਪੇਂਟ ਹੈ। ਅਤੇ ਜਿਹੜਾ ਉਸ ਮੈਦੇ ਦੀ ਪੇਂਟ ਤੋਂ ਰਹਿ ਜਾਏ ਸੋ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ। ਇਹ ਯਹੋਵਾ ਦੇ ਅੱਗੇ ਅੱਗ ਦੀਆਂ ਪੇਂਟਾਂ ਵਿੱਚੋਂ ਅਤ ਪਵਿੱਤਰ ਹੈ। ਮੈਦੇ ਦੀ ਪੇਂਟ ਵਿੱਚੋਂ ਜੋ ਤੁਸਾਂ ਯਹੋਵਾ ਦੇ ਅੱਗੇ ਲਿਆਉਣੀ ਕੁਝ ਖਮੀਰ ਨਾ ਹੋਵੇ, ਕਿਉਂ ਜੋ ਤੁਸਾਂ ਯਹੋਵਾ ਦੇ ਅੱਗੇ ਕਿਸੇ ਅੱਗ ਦੀ ਪੇਂਟ ਵਿੱਚ ਨਾ ਖਮੀਰ ਨਾ ਕੁਝ ਸ਼ਹਿਦ ਸਾੜਨਾ। ਪਹਿਲੇ ਫਲਾਂ ਦੇ ਚੜਾਵੇ ਦੀ ਗੱਲ ਵਿੱਚ ਤੁਸਾਂ ਉਹਨਾਂ ਨੂੰ ਯਹੋਵਾ ਦੇ ਅੱਗੇ ਚੜਾਉਣਾ, ਪਰ ਉਹ ਸੁੰਗਪਤਾ ਕਰਕੇ ਜਗਵੇਦੀ ਦੇ ਉੱਤੇ ਸਾੜਿਆ ਨਾ ਜਾਏ। ਅਤੇ ਆਪਣੀ ਮੈਦੇ ਦੀ ਪੇਂਟ ਦੇ ਸਭਨਾ ਚੜਾਵਿਆਂ ਵਿੱਚ ਲੂਣ ਚੜਾਵੀ ਅਤੇ ਪਰਮੇਸ਼ਰ ਮੈਦੇ ਦੀ ਪੇਂਟ ਵਿੱਚ ਤੂੰ ਆਪਣੇ ਪਰਮੇਸ਼ਰ ਦੇ ਨੇਮ ਦਾ ਲੂਣ ਨਾ ਘਟਾਵੀ। ਆਪਣੀਆਂ ਸਾਰੀਆਂ ਪੇਂਟਾਂ ਵਿੱਚ ਤੂੰ ਲੂਣ ਚੜਾਵੀ। ਅਤੇ ਜੇ ਤੂੰ ਆਪਣੀਆਂ ਪਹਿਲੀਆਂ ਫਲਾਂ ਦੀ ਇੱਕ ਮੈਦੇ ਦੀ ਪੇਂਟ ਯਹੋਵਾ ਦੇ ਅੱਗੇ ਚੜਾਵੇ ਤਾਂ ਤੂੰ ਮੈਦੇ ਦੀ ਪੇਂਟ ਵਿੱਚ ਆਪਣੇ ਪਹਿਲੇ ਫਲਾਂ ਦੇ ਦਾਣਿਆਂ ਦੇ ਹਰੇ
ਸਿੱਟੇ ਅੱਗ ਨਾਲ ਭੁੰਨੇ ਹੋਏ ਅਰਥਾਤ ਪੂਰੇ ਸਿੱਟਿਆਂ ਵਿੱਚੋਂ ਦਲੇ ਹੋਏ ਦਾਣੇ ਚੜਾਵੀ ਅਤੇ ਤੂੰ ਉਸ ਤੇ ਤੇਲ ਪਾਵੀ ਅਤੇ ਉਸ ਦੇ ਉੱਤੇ ਲੁਬਾਨ ਧਰੀ। ਇਹ ਇੱਕ ਮੈਦੇ ਦੀ ਪੈਂਟ ਹੈ ਅਤੇ ਜਾਜਕ ਉਸ ਦੇ ਸਿਮਰਨ ਦੇ ਲਈ ਉਸ ਦੀਆਂ ਦਲੀਆਂ ਹੋਈਆਂ ਦਾਣਿਆਂ ਵਿੱਚੋਂ ਅਤੇ ਉਸ ਦੇ ਤੇਲ ਵਿੱਚੋਂ ਕੁਝ ਲੈ ਕੇ ਉਸ ਦੇ ਸਾਰੇ ਲੁਬਾਨ ਸਣੇ ਸਾੜੇ। ਇਹ ਯਹੋਵਾ ਦੇ ਅੱਗੇ ਇੱਕ ਅੱਗ ਦੀ ਪੈਂਟ ਹੈ। ਮੱਤੀ ਦੀ ਇੰਜੀਲ ਅਧਿਆਇ 1। ਕੁਲਪਤਰੀ ਯਿਸੂ ਮਸੀਹ ਦਾਊਦ ਦੇ ਪੁੱਤਰ ਦੀ ਜਿਹੜਾ ਅਬਰਾਹਮ ਦਾ ਪੁੱਤਰ ਸੀ। ਅਬਰਾਹਮ ਤੋਂ ਇਸਹਾਕ ਜੰਮਿਆ ਅਤੇ ਇਸਹਾਕ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯਹੂਦਾ ਤੇ ਉਸਦੇ ਭਰਾ ਜੰਮੇ ਅਤੇ ਯਹੂਦਾ ਤੋਂ ਫਰਸ ਅਤੇ ਜ਼ਰਾ ਤਾਮਾਰ ਦੀ ਕੁੱਖੋਂ ਜੰਮੇ ਅਤੇ ਫਰਸ ਤੋਂ ਹਸਰੋਨ ਜੰਮਿਆ ਅਤੇ ਹਸਰੋਨ ਤੋਂ ਰਾਮ ਜੰਮਿਆ ਅਤੇ ਰਾਮ ਤੋਂ ਅਮੀਨਦਾਬ ਜੰਮਿਆ ਅਤੇ ਅਮੀਨਦਾਬ ਤੋਂ ਨਾਸੋਨ ਜੰਮਿਆ ਅਤੇ ਨਾਸੋਨ ਤੋਂ ਸਲਮੋਨ ਜੰਮਿਆ ਅਤੇ ਸਲਮੋਨ ਤੋਂ ਬੋਆਜ਼ ਰਾਹਾਬ ਦੀ ਕੁੱਖੋਂ ਜੰਮਿਆ ਅਤੇ ਬੋਆਜ਼ ਤੋਂ ਓਬੇਦ ਰੂਤ ਦੀ ਕੁੱਖੋਂ ਜੰਮਿਆ ਅਤੇ ਓਬੇਦ ਤੋਂ ਯੱਸੀ ਜੰਮਿਆ ਅਤੇ ਯੱਸੀ ਤੋਂ ਦਾਊਦ ਪਾਤਸ਼ਾਹ ਜੰਮਿਆ ਅਤੇ ਦਾਊਦ ਪਾਤਸ਼ਾਹ ਤੋਂ ਸੁਲੇਮਾਨ ਉਰੀਆ ਦੀ ਤੀਵੀਂ ਦੀ ਕੁੱਖੋਂ ਜੰਮਿਆ ਅਤੇ ਸੁਲੇਮਾਨ ਤੋਂ ਰਹਬੋਆਮ ਜੰਮਿਆ ਅਤੇ ਰਹਬੋਆਮ ਤੋਂ ਅਬੀਆ ਜੰਮਿਆ ਅਤੇ ਅਬੀਆ ਤੋਂ ਆਸਾ ਜੰਮਿਆ ਅਤੇ ਆਸਾ ਤੋਂ ਯਹੋਸ਼ਾਫਾਟ ਜੰਮਿਆ ਅਤੇ ਯਹੋਸ਼ਾਫਾਟ ਤੋਂ ਯੋਰਾਮ ਜੰਮਿਆ ਅਤੇ ਯੋਰਾਮ ਤੋਂ ਉਜ਼ੀਆ ਜੰਮਿਆ ਅਤੇ ਉਜ਼ੀਆ ਤੋਂ ਯੋਦਾਮ ਜੰਮਿਆ ਅਤੇ ਯੋਦਾਮ ਤੋਂ ਆਹਾਜ਼ ਜੰਮਿਆ ਅਤੇ ਆਹਾਜ਼ ਤੋਂ ਹਿਚਕੀਆ ਜੰਮਿਆ ਅਤੇ ਹਿਚਕੀਆ ਤੋਂ ਮਨਸਾ ਜੰਮਿਆ ਅਤੇ ਮਨਸਾ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਜ਼ੀਆ ਜੰਮਿਆ ਅਤੇ ਯੋਜ਼ੀਆ ਤੋਂ ਯਖਾਨਿਆ ਔਰ ਉਹਦੇ ਭਰਾ ਬਾਬੁਲ ਨੂੰ ਉੱਡ ਜਾਣ ਦੇ ਸਮੇਂ ਜੰਮੇ। ਬਾਬੁਲ ਨੂੰ ਉੱਡ ਜਾਣ ਤੋਂ ਪਿੱਛੇ ਯਖਾਨਿਆ ਤੋਂ ਸਿਆਲਤੀਏਲ ਜੰਮਿਆ ਅਤੇ ਸਿਆਲਤੀਏਲ ਤੋਂ ਜ਼ਰੁਬਾਬਲ ਜੰਮਿਆ ਅਤੇ ਜ਼ਰੁਬਾਬਲ ਤੋਂ ਅਬੀਹੂਦ ਜੰਮਿਆ ਅਤੇ ਅਬੀਹੂਦ ਤੋਂ ਅਲਿਆਕਿਮ ਜੰਮਿਆ ਅਤੇ ਅਲਿਆਕਿਮ ਤੋਂ ਅਜ਼ੋਰ ਜੰਮਿਆ ਅਤੇ ਅਜ਼ੋਰ ਤੋਂ ਸਾਦੋਕ ਜੰਮਿਆ ਅਤੇ ਸਾਦੋਕ ਤੋਂ ਯਾਕੀਨ ਜੰਮਿਆ ਅਤੇ ਯਾਕੀਨ ਤੋਂ ਅਲੀਹੂ ਜੰਮਿਆ ਅਤੇ ਅਲੀਹੂ ਤੋਂ ਅਲਾਜ਼ਾਰ ਜੰਮਿਆ ਅਤੇ ਅਲਾਜ਼ਾਰ ਤੋਂ ਮਥਾਨ ਜੰਮਿਆ ਤੇ ਮਥਾਨ ਤੋਂ ਯਾਕੂਬ ਜੰਮਿਆ ਅਤੇ ਯਾਕੂਬ ਤੋਂ ਯੂਸੁਫ ਜੰਮਿਆ। ਉਹ ਉਸ ਮਰੀਮ ਦਾ ਪਤੀ ਸੀ ਜਿਹਦੀ ਕੁੱਖੋਂ ਯਿਸੂ ਜਿਹੜਾ ਮਸੀਹ ਕਹਾਉਂਦਾ ਹੈ। ਸੋ ਅਬਰਾਹਮ ਤੋਂ ਲੈ ਕੇ ਦਾਊਦ ਤੀਕਰ ਸਭੋ 14 ਪੀੜ੍ਹੀਆਂ ਹਨ ਅਤੇ ਦਾਊਦ ਤੋਂ ਲੈ ਕੇ ਬਾਬੁਲ ਨੂੰ ਉੱਡ ਜਾਣ ਦੀ ਤੀਕਰ 14 ਪੀੜ੍ਹੀਆਂ ਹਨ ਅਤੇ ਬਾਬੁਲ ਨੂੰ ਉੱਡ ਜਾਣ ਤੋਂ ਲੈ ਕੇ ਮਸੀਹ ਤੀਕਰ 14 ਪੀੜ੍ਹੀਆਂ ਹਨ। ਯਿਸੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹਦੀ ਮਾਤਾ ਮਰੀਮ ਦੀ ਯੂਸੁਫ ਨਾਲ ਕੁੜਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਵਤੀ ਪਾਈ ਗਈ। ਤਦ ਉਹਦੇ ਪਤੀ ਯੂਸੁਫ ਨੇ ਜਿਹੜਾ ਧਰਮੀ ਪੁਰਖ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਈ ਉਹਨੂੰ ਕਲੰਕਨ ਪ੍ਰਗਟ ਕਰੇ। ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤਿਆਂ ਤਿਆਗ ਦੇਵੇ। ਪਰ ਜਾਂ ਉਹ ਇਨ੍ਹਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ, ਹੇ ਯੂਸੁਫ ਦਾਊਦ ਦੇ ਪੁੱਤਰ, ਤੂੰ ਆਪਣੀ ਪਤਨੀ ਮਰੀਮ ਨੂੰ ਆਪਣੇ ਘਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ ਉਹ ਪਵਿੱਤਰ ਆਤਮਾ ਤੋਂ ਹੈ। ਉਹ ਪੁੱਤਰ ਜਨੇਗੀ ਅਤੇ ਤੂੰ ਉਹਦਾ ਨਾਮ ਯਿਸੂ ਰੱਖੀ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ।
ਇਹ ਸਭ ਕੁਝ ਇਸ ਲਈ ਹੋਇਆ ਭਾਈ ਜਿਹੜੀ ਗੱਲ ਪ੍ਰਭੂ ਨੇ ਨਬੀ ਦੀ ਜ਼ੁਬਾਨੀ ਆਖੀ ਸੀ ਉਹ ਪੂਰੀ ਹੋਵੇਗੀ। ਵੇਖੋ, ਕੁਆਰੀ ਗਰਭਣੀ ਹੋਵੇਗੀ ਅਤੇ ਪੁੱਤਰ ਜਨੇਗੀ ਅਤੇ ਉਹ ਉਸ ਦਾ ਨਾਮ ਇਮਾਨੁਏਲ ਰੱਖਣਗੇ, ਜਿਹਦਾ ਅਰਥ ਇਹ ਹੈ ਪਰਮੇਸ਼ਰ ਸਾਡੇ ਸੰਗ। ਤਦੋਂ ਯੂਸੁਫ ਨੇ ਸੁੱਤਿਓਂ ਉੱਠ ਕੇ ਜਿਵੇਂ ਪ੍ਰਭੂ ਦੇ ਦੂਤ ਨੇ ਉਹਨੂੰ ਆਗਿਆ ਦਿੱਤੀ ਤਿਵੇਂ ਹੀ ਕੀਤਾ ਔਰ ਆਪਣੀ ਪਤਨੀ ਨੂੰ ਆਪਣੇ ਘਰ ਲਿਆਇਆ ਅਤੇ ਉਹਨੂੰ ਨਾ ਜਾਣਿਆ ਜਿੰਨਾ ਚਿਰ ਉਹ ਪੁੱਤਰ ਨਾ ਜਨੀ ਅਤੇ ਉਹਦਾ ਨਾਮ ਯਿਸੂ ਰੱਖਿਆ। ਆਮੀਨ ਆਮੀਨ। ਖੁਦਾ ਦੇ ਪਿਆਰਿਓ, ਤੁਹਾਨੂੰ ਸਭਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੁਬਾਰਕ ਆਖਦੀ ਹਾਂ। ਅੱਜ ਦੇ ਵਚਨਾਂ ਵਿੱਚੋਂ ਆਪਾਂ ਕੁਝ ਗੱਲਾਂ ਨੂੰ ਵੇਖਾਂਗੇ। ਵਚਨ ਇਸ ਪ੍ਰਕਾਰ ਹੈ, ਉਤਪਤੀ ਦੀ ਪਹਿਲਾ ਅਧਿਆਇ ਦੇ ਵਿੱਚ ਪ੍ਰਭੂ ਦੇ ਪਿਆਰ ਨੂੰ ਆਪਾਂ ਵੇਖ ਸਕਦੇ ਹਾਂ। ਜਦ ਵੀ ਉਹ ਖੁਦਾ ਇਨਸਾਨ ਨੂੰ ਬਣਾਉਂਦਾ ਹੈ, ਉਸ ਲਈ ਉਸ ਤੋਂ ਪਹਿਲਾਂ ਹੀ ਉਹਦੇ ਲੋੜਵੰਦ ਚੀਜ਼ਾਂ ਨੂੰ ਬਣਾ ਕੇ ਤਿਆਰ ਕਰਕੇ ਰੱਖਦਾ ਹੈ। ਔਰ ਲੇਵੀਆਂ ਦੀ ਪੋਥੀ ਅਧਿਆਇ ਪਹਿਲਾ ਅਤੇ ਦੂਜਾ ਦੇ ਵਿੱਚ ਜੇ ਵੇਖਿਆ ਜਾਵੇ, ਇਸ ਪ੍ਰਕਾਰ ਆਪਾਂ ਵੇਖ ਸਕਦੇ ਹਾਂ, ਜੋ ਵੀ ਪ੍ਰਭੂ ਨੇ ਬਣਾਇਆ ਉਸ ਵਿੱਚੋਂ ਪ੍ਰਭੂ ਹੁਕਮ ਦਿੰਦਾ ਹੈ ਪਰਮੇਸ਼ਰ ਨੂੰ ਦਾਨ ਦੇ ਰੂਪ ਦੇ ਵਿੱਚ ਦੇਵੇ, ਕਿਉਂਕਿ ਪ੍ਰਭੂ ਜੋ ਵੀ ਬਣਾਇਆ ਪ੍ਰਭੂ ਨੇ ਬਣਾਇਆ ਉਹ ਜਾਣਦਾ ਹੈ ਕਿ ਇਹ ਮੇਰੀ ਹੈ, ਪਰ ਫਿਰ ਵੀ ਉਹ ਚਾਹੁੰਦਾ ਹੈ ਜਿਸ ਨੂੰ ਮੈਂ ਇਨਸਾਨ ਲਈ ਦਿੱਤਾ ਸੀ ਉਸ ਵਿੱਚੋਂ ਇਨਸਾਨ ਵੀ ਕੁਝ ਹਿੱਸਾ ਮੈਨੂੰ ਦੇਵੇ। ਸੋ ਪ੍ਰਭੂ ਚਾਹੁੰਦਾ ਹੈ ਅਤੇ ਪ੍ਰਭੂ ਕਹਿੰਦਾ ਹੈ ਉਹਨਾਂ ਚੀਜ਼ਾਂ ਵਿੱਚ ਕਿਵੇਂ ਮੈਨੂੰ ਦੇਣਾ, ਉਸ ਵਿਧੀਆਂ ਨੂੰ ਪ੍ਰਭੂ ਲੇਵੀਆਂ ਦੀ ਪੋਥੀ ਦੇ ਦੁਆਰਾ ਇਨਸਾਨ ਨੂੰ ਸਿਖਾਉਂਦਾ ਹੈ। ਔਰ ਮੱਤੀ ਦੀ ਇੰਜੀਲ ਆਪਾਂ ਵੇਖ ਸਕਦੇ ਹਾਂ, ਪਹਿਲਾ ਅਧਿਆਇ ਦੇ ਵਿੱਚ ਖੁਦਾ ਦੁਬਾਰਾ ਆਪਣੇ ਪਿਆਰ ਨੂੰ ਇਨਸਾਨ ਵਾਸਤੇ ਦਿਖਾਉਣਾ ਚਾਹੁੰਦਾ ਹੈ। ਉਹ ਕਿਸ ਪ੍ਰਕਾਰ ਹੈ ਕਿ ਉਹ ਆਪਣੇ ਇਕਲੌਤਾ ਸਵਰਗੀ ਮਨਾ ਪ੍ਰਭੂ ਯਿਸੂ ਮਸੀਹ ਨੂੰ ਇਸ ਦੁਨੀਆ ਦੇ ਲੋਕਾਂ ਦੇ ਪਾਪਾਂ ਦੇ ਖਾਤਰ ਦੇ ਕੇ ਉਹ ਆਪਣੇ ਪਿਆਰ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ। ਸੋ ਕੁੱਲ ਮਿਲਾ ਕੇ ਇਸ 4 ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਪ੍ਰਭੂ ਦਾ ਪਿਆਰ ਬਹੁਤ ਵੱਡਾ ਹੈ ਅਤੇ ਅਨੋਖਾ ਹੈ, ਕਿਉਂਕਿ ਉਹਦੇ ਵਰਗਾ ਕੋਈ ਵੀ ਆਪਾਂ ਨੂੰ ਪਿਆਰ ਨਹੀਂ ਕਰ ਸਕਦਾ। ਸਭ ਤੋਂ ਪਹਿਲਾਂ ਉਹ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਹੀ ਉਹਦੇ ਲੋੜੀਂਦੀਆਂ ਚੀਜ਼ਾਂ ਨੂੰ ਬਣਾਉਂਦਾ ਹੈ। ਔਰ ਆਪਾਂ ਵੇਖਦੇ ਹਾਂ ਉਹ ਚਾਹੁੰਦਾ ਹੈ ਮੇਰੇ ਜਿਸ ਪ੍ਰਕਾਰ ਮੈਂ ਇਨਸਾਨ ਨੂੰ ਪਿਆਰ ਕਰਦਾ, ਇਨਸਾਨ ਵੀ ਮੈਨੂੰ ਪਿਆਰ ਕਰੇ। ਉਸ ਪਿਆਰ ਨੂੰ ਪ੍ਰਗਟ ਕਰਨ ਲਈ ਉਹ ਕੀ ਕਰੇ, ਮੇਰੇ ਲਈ ਕੁਝ ਦਾਨ ਦੇਵੇ ਚਾਹੁੰਦਾ ਹੈ। ਇਸੇ ਪ੍ਰਕਾਰ ਉਹ ਪਰਮੇਸ਼ਰ ਉਹ ਵੀ ਚਾਹੁੰਦਾ ਹੈ ਕਿ ਮੇਰੇ ਇਨਸਾਨ ਪਾਪ ਦੇ ਵਿੱਚ ਰੁਲੇ ਫਿਰਦਾ ਹੈ, ਉਹ ਉਸ ਵਿੱਚ ਹੀ ਰਹਿ ਕੇ ਉਹਦੀ ਸਾਰੀ ਜ਼ਿੰਦਗੀ ਖਰਾਬ ਨਾ ਹੋਵੇ, ਉਹ ਸਦਾ ਦੇ ਜੀਵਨ ਨੂੰ ਯਿਸੂ ਮਸੀਹ ਦੇ ਦੁਆਰਾ ਪਾਵੇ, ਤਾਂ ਉਹ ਆਪਣੇ ਇਕਲੌਤਾ ਪੁੱਤਰ ਯਿਸੂ ਮਸੀਹ ਨੂੰ ਸਵਰਗੀ ਮਨਾ ਦੇ ਰੂਪ ਦੇ ਵਿੱਚ ਤੁਹਾਡੇ ਲਈ ਤੇ ਮੇਰੇ ਲਈ ਦੇ ਕੇ ਆਪਣੇ ਪਿਆਰ ਨੂੰ ਪ੍ਰਗਟ ਕਰਦਾ ਹੈ। ਸੋ ਆਪਾਂ ਨੂੰ ਇਹਨਾਂ ਗੱਲਾਂ ਦੇ ਦੁਆਰਾ ਇਹ ਗੱਲ ਸਿੱਖਣ ਨੂੰ ਮਿਲ ਰਿਹਾ ਹੈ। ਸੋ ਆਪਣਾ ਪਿਆਰ ਜੋ ਆਪਾਂ ਪ੍ਰਭੂ ਦੇ ਲਈ ਰੱਖ ਰੱਖਿਆ, ਉਹ ਪਿਆਰ ਉਦੋਂ ਪ੍ਰਗਟ ਹੁੰਦਾ ਹੈ ਜਦ ਆਪਾਂ ਪਰਮੇਸ਼ਵਰ ਲਈ ਕੁਝ ਦੇਵੇ। ਆਪ ਤੁਹਾਨੂੰ ਸਭਨਾਂ ਨੂੰ ਜੈ ਮਸੀਹ ਦੀ। ਪ੍ਰਭੂ ਇਸ ਵਚਨ ਦੇ ਦੁਆਰਾ ਤੁਹਾਨੂੰ ਆਸੀਸ ਦੇਵੇ।